ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਸਰਬੀਆ ਰਾਹੀਂ ਕੈਨੇਡਾ ਜਾਣ ਵਾਲੇ ਸਾਵਧਾਨ, ਸਰਬੀਆ ਦੇ ਵਿੱਚ ਫਸੇ ਕਈ ਭਾਰਤੀ ਯਾਤਰੀ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦੀ ਅਪੀਲ, ਅਰਜ਼ੀਆਂ ਭੇਜਣ ਦੇ ਲਈ ਕੀਤੀ ਅਪੀਲ। ਬ੍ਰੈਂਪਟਨ ਦੇ ਵਿੱਚ ਵਾਪਰਿਆ ਹਾਦਸਾ, 1 ਸਾਲ ਦੀ ਬੱਚੀ ਦੀ ਹੋਈ ਮੌਤ। ਸਰੀ ਦੇ ਵਿੱਚ 2 ਵਿਅਕਤੀਆਂ ਦੇ ਉੱਪਰ ਚਾਕੂ ਦੇ ਨਾਲ ਹਮਲਾ, 1 ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ। ਕੈਲੋਵਨਾ ਦੇ ਵਿੱਚ ਕ੍ਰੇਨ ਦੇ ਨਾਲ ਵਾਪਰਿਆ ਹਾਦਸਾ, 3 ਜਾਣਿਆਂ ਨੂੰ ਕਰਵਾਇਆ ਗਿਆ ਹਸਪਤਾਲ ਦੇ ਵਿੱਚ ਭਰਤੀ। ਸਰੀ 'ਚ ਲੋਡਡ ਗਨ ਹੋਈ ਬਰਾਮਦ, ਟ੍ਰੈਫਿਕ ਸਟਾਪ ਦੌਰਾਨ ਕੀਤੀ ਕਾਰਵਾਈ। ਸਰੀ ਦੇ ਵਿੱਚ ਕਿਸਾਨਾਂ ਦੇ ਲਈ ਪ੍ਰਦਰਸ਼ਨ, 17 ਜੁਲਾਈ ਨੂੰ ਹੋਵੇਗਾ ਸਲੀਪ ਆਊਟ। ਕੈਨੇਡਾ ਵੱਲੋਂ ਭਾਰਤ ਤੋਂ ਸਿੱਧੀਆਂ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ ਹੈ। ਜਿਹੜੇ ਵੀ ਹੁਣ ਯਾਤਰੀ ਭਾਰਤ ਤੋਂ ਕੈਨੇਡਾ ਜਾਂਦੇ ਨੇ, ਉਹ ਕਿਸੇ ਹੋਰ ਦੇਸ਼ ਦੇ ਰਾਹੀਂ ਕੈਨੇਡਾ ਦੇ ਵਿੱਚ ਦਾਖਲਾ ਲੈਂਦੇ ਹਨ। ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਸਰਬੀਆ ਦੇ ਵਿੱਚ ਕੁਝ ਭਾਰਤੀ ਯਾਤਰੀ ਫਸ ਗਏ। ਦਰਅਸਲ ਬਹੁਤ ਸਾਰੇ ਅਜਿਹੇ ਭਾਰਤੀ ਯਾਤਰੀ ਨੇ ਜਿਹੜੇ ਪਹਿਲਾਂ ਸਰਬੀਆ ਜਾਂਦੇ ਨੇ, ਬਾਅਦ ਦੇ ਵਿੱਚ ਇੱਥੋਂ ਕੋਵਿਡ-19 ਨੈਗੇਟਿਵ ਰਿਪੋਰਟ ਲੈ ਕੇ ਉਹ ਕੈਨੇਡਾ ਦੇ ਵਿੱਚ ਐਂਟਰ ਹੁੰਦੇ ਨੇ। ਸੋ ਸਰਬੀਆ ਵੱਲੋਂ ਆਪਣੇ ਨਵੇਂ ਕਰੋਨਾ ਵਾਇਰਸ ਦੇ ਨਿਯਮ ਐਲਾਨ ਕੀਤੇ ਗਏ, ਜਿਸ ਤੋਂ ਬਾਅਦ 205 ਦੇ ਕਰੀਬ ਭਾਰਤੀ ਯਾਤਰੀ ਇੱਥੇ 에ਅਰਪੋਰਟ ਦੇ ਉੱਪਰ ਫਸ ਗਏ। ਜਦੋਂ ਭਾਰਤੀ ਐਮਬੈਸੀ ਦੇ ਧਿਆਨ ਦੇ ਵਿੱਚ ਇਹ ਮਾਮਲਾ ਆਇਆ ਤੇ ਉਹਨਾਂ ਵੱਲੋਂ ਤੁਰੰਤ ਇਸ ਦੇ ਉੱਪਰ ਐਕਸ਼ਨ ਲਿਆ ਗਿਆ ਤੇ ਕਈ ਯਾਤਰੀ ਜਿਹੜੇ ਨੇ ਉਹ ਯਾਤਰਾ ਕਰ ਚੁੱਕੇ ਨੇ। ਬਾਕੀਆਂ ਬਾਰੇ ਜਾਣਕਾਰੀ ਉਹਨਾਂ ਵੱਲੋਂ ਆਉਣ ਵਾਲੇ ਸਮੇਂ 'ਚ ਸਾਂਝੀ ਕੀਤੀ ਜਾਵੇਗੀ। ਭਾਰਤ ਤੋਂ ਕੈਨੇਡਾ ਜਾਣ ਵਾਲੇ 205 ਯਾਤਰੀ ਸਰਬੀਆ ਦੇ ਵਿੱਚ ਫਸ ਗਏ। ਜੀ ਹਾਂ, ਕੈਨੇਡਾ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ ਹੈ, ਜਿਸ ਤੋਂ ਬਾਅਦ ਭਾਰਤ ਤੋਂ ਜਾਣ ਵਾਲੇ ਵਿਦਿਆਰਥੀ ਇਨਡਾਇਰੈਕਟ ਰੂਟ ਦੇ ਰਾਹੀਂ ਕੈਨੇਡਾ ਦੇ ਵਿੱਚ ਦਾਖਲ ਹੋ ਰਹੇ ਨੇ। ਬਹੁਤੇ ਵਿਦਿਆਰਥੀਆਂ ਵੱਲੋਂ ਮੈਕਸੀਕੋ ਦੇ ਰਾਹੀਂ ਕੈਨੇਡਾ ਦੇ ਵਿੱਚ ਦਾਖਲਾ ਲਿਆ ਜਾ ਰਿਹਾ ਹੈ ਅਤੇ ਕਈ ਵਿਦਿਆਰਥੀ ਸਰਬੀਆ ਦੇ ਰਾਹੀਂ ਵੀ ਕੈਨੇਡਾ ਦੇ ਵਿੱਚ ਦਾਖਲ ਹੋ ਰਹੇ ਨੇ। ਇਸ ਦੌਰਾਨ ਮਾਮਲਾ ਸਾਹਮਣੇ ਆਇਆ, ਬੈਲਗ੍ਰੇਡ 에ਅਰਪੋਰਟ ਦੇ ਵਿੱਚ ਕਈ ਵਿਦਿਆਰਥੀ ਫਸ ਗਏ। ਸਰਬੀਆ ਵੱਲੋਂ ਕੋਵਿਡ-19 ਦੇ ਕਾਰਨ ਨਵੇਂ ਨਿਯਮ ਲਾਗੂ ਕੀਤੇ ਗਏ ਨੇ। ਸਰਬੀਆ ਵੱਲੋਂ ਜਿਹੜੇ ਨਵੇਂ ਨਿਯਮ ਐਲਾਨੇ ਗਏ, ਉਸ ਦੇ ਮੁਤਾਬਕ ਜਿਹੜੇ ਵੀ ਸਰਬੀਆ ਦੇ ਵਿੱਚ ਦਾਖਲ ਹੋਣਗੇ, ਉਹਨਾਂ ਦਾ ਕੋਵਿਡ-19 ਟੈਸਟ ਕੀਤਾ ਜਾਵੇਗਾ। ਉਸ ਤੋਂ ਬਾਅਦ ਇਹਨਾਂ ਯਾਤਰੀਆਂ ਨੂੰ 7 ਦਿਨ ਦੇ ਲਈ ਸਰਬੀਆ ਦੇ ਵਿੱਚ ਕੁਆਰੰਟਾਈਨ ਕਰਨਾ ਪਵੇਗਾ। 7 ਦਿਨਾਂ ਬਾਅਦ ਇਹਨਾਂ ਯਾਤਰੀਆਂ ਦਾ ਮੁੜ ਤੋਂ ਕੋਵਿਡ-19 ਟੈਸਟ ਕੀਤਾ ਜਾਵੇਗਾ। ਇਸ ਦੌਰਾਨ ਕਾਫੀ ਜ਼ਿਆਦਾ ਵਿਦਿਆਰਥੀ ਇੱਥੇ 에ਅਰਪੋਰਟ ਦੇ ਉੱਪਰ ਫਸ ਗਏ। ਬਾਅਦ ਦੇ ਵਿੱਚ ਇਹ ਮਾਮਲਾ ਜਦੋਂ ਭਾਰਤੀ ਅੰਬੈਸੀ ਇਨ ਸਰਬੀਆ ਦੇ ਧਿਆਨ ਦੇ ਵਿੱਚ ਆਇਆ ਤੇ ਉਹਨਾਂ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ। ਇੰਡੀਅਨ ਅੰਬੈਸੀ ਵੱਲੋਂ ਇਹਨਾਂ ਵਿਦਿਆਰਥੀਆਂ ਦੇ ਬਾਰੇ ਵਿੱਚ ਟਵਿੱਟਰ ਦੇ ਉੱਪਰ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ। ਇੰਡੀਆ ਇਨ ਸਰਬੀਆ ਵੱਲੋਂ ਟਵੀਟ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ 205 ਵਿਦਿਆਰਥੀਆਂ ਦੇ ਵਿੱਚੋਂ 120 ਲੁਫਥਾਂਸਾ 에ਅਰਲਾਈਨ ਦੇ ਜ਼ਰੀਏ ਟਰੈਵਲ ਕਰ ਚੁੱਕੇ ਹਨ। ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜਿਹੜੇ ਬਾਕੀ ਭਾਰਤੀ ਯਾਤਰੀ ਨੇ, ਉਹਨਾਂ ਵੱਲੋਂ ਅਗਲੀ ਫਲਾਈਟ ਦੇ ਰਾਹੀਂ ਉਡਾਨ ਭਰੀ ਜਾਵੇਗੀ। ਉਹਨਾਂ ਦੱਸਿਆ ਕਿ ਅੰਬੈਸੀ ਦੇ ਅਧਿਕਾਰੀ ਅਥਾਰਟੀਜ਼ ਅਤੇ 에ਅਰਲਾਈਨ ਦੇ ਟੱਚ ਦੇ ਵਿੱਚ ਹਨ ਤਾਂ ਕਿ ਇਹਨਾਂ ਵਿਦਿਆਰਥੀਆਂ ਦੇ ਬਾਰੇ ਵਿੱਚ ਅਤੇ ਇਹਨਾਂ ਭਾਰਤੀਆਂ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਹਾਸਲ ਕੀਤੀ ਜਾ ਸਕੇ। ਦੱਸਣਯੋਗ ਹੈ ਕਿ ਕੈਨੇਡਾ ਵੱਲੋਂ ਕਰੋਨਾ ਵਾਇਰਸ ਦੇ ਦੌਰਾਨ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ ਹੈ। ਮੌਜੂਦਾ ਸਮੇਂ ਜਿਹੜੇ ਵੀ ਯਾਤਰੀ ਭਾਰਤ ਤੋਂ ਕੈਨੇਡਾ ਜਾਂਦੇ ਹਨ, ਉਹਨਾਂ ਵੱਲੋਂ ਕਿਸੇ ਤੀਸਰੇ ਦੇਸ਼ ਦੇ ਰਾਹੀਂ ਕੈਨੇਡਾ ਦੇ ਵਿੱਚ ਦਾਖਲਾ ਲਿਆ ਜਾ ਰਿਹਾ ਹੈ। ਯਾਤਰੀ ਪਹਿਲਾਂ ਕਿਸੇ ਹੋਰ ਦੇਸ਼ ਦੇ ਵਿੱਚ ਜਾਂਦੇ ਨੇ, ਉੱਥੋਂ ਕੋਵਿਡ-19 ਨੈਗੇਟਿਵ ਰਿਪੋਰਟ ਲੈ ਕੇ ਕੈਨੇਡਾ ਦੇ ਵਿੱਚ ਐਂਟਰ ਹੁੰਦੇ ਹਨ। ਕਿਉਂਕਿ ਸਰਬੀਆ ਵੱਲੋਂ ਆਪਣੇ ਨਵੇਂ ਨਿਯਮ ਐਲਾਨ ਕੀਤੇ ਗਏ, ਜਿਸ ਦਾ ਨਤੀਜਾ ਇਹ ਹੋਇਆ ਕਿ 205 ਭਾਰਤੀ ਯਾਤਰੀ 에ਅਰਪੋਰਟ ਦੇ ਉੱਪਰ ਫਸ ਗਏ। IRCC ਵੱਲੋਂ ਕੈਨੇਡਾ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਨੂੰ ਪੱਕੇ ਹੋਣ ਦੇ ਲਈ ਮੌਕਾ ਦਿੱਤਾ ਜਾ ਰਿਹਾ ਹੈ, ਜਿੱਥੇ ਉਹਨਾਂ ਵੱਲੋਂ ਨਵੇਂ ਪ੍ਰੋਗਰਾਮ ਲਿਆਂਦੇ ਗਏ, ਲਾਂਚ ਕੀਤੇ ਗਏ। ਇਹਨਾਂ ਵੱਖ-ਵੱਖ ਪ੍ਰੋਗਰਾਮ ਦੇ ਤਹਿਤ ਐਪਲੀਕੇਸ਼ਨਸ ਲਈਆਂ ਜਾ ਰਹੀਆਂ ਨੇ, ਜੋ ਕਿ ਨਵੰਬਰ 5 ਤੱਕ ਸਵੀਕਾਰ ਕੀਤੀਆਂ ਜਾਣਗੀਆਂ। ਇਮੀਗ੍ਰੇਸ਼ਨ ਮੰਤਰੀ ਵੱਲੋਂ ਫ੍ਰੈਂਚ ਭਾਸ਼ਾ ਬੋਲਣ ਵਾਲਿਆਂ ਨੂੰ ਅਪੀਲ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਕਿਹਾ ਕਿ ਜਿਹੜੀ ਫ੍ਰੈਂਚ ਭਾਸ਼ਾ ਵਾਲਿਆਂ ਦੇ ਲਈ ਕੈਟੇਗਰੀ ਲਿਆਂਦੀ ਗਈ ਹੈ, ਉਸ ਦੇ ਤਹਿਤ ਅਰਜ਼ੀਆਂ ਭੇਜੀਆਂ ਜਾਣ, ਕਿਉਂਕਿ ਇਹਨਾਂ ਸਟਰੀਮਸ ਦੇ ਲਈ ਅਰਜ਼ੀਆਂ ਬਹੁਤ ਘੱਟ ਆਈਆਂ ਨੇ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਤੇ FCFA ਪ੍ਰੈਜ਼ੀਡੈਂਟ ਰॉय ਵੱਲੋਂ ਫ੍ਰੈਂਚ ਸਪੀਕਿੰਗ ਟੈਂਪਰੇਰੀ ਰੈਜ਼ੀਡੈਂਟਸ ਨੂੰ ਕਿਹਾ ਗਿਆ ਹੈ ਕਿ ਕੈਨੇਡਾ ਵੱਲੋਂ ਜਿਹੜੇ ਨਵੇਂ ਪਾਥਵੇ ਟੂ ਪਰਮਾਨੈਂਟ ਰੈਜ਼ੀਡੈਂਸ ਲਿਆਂਦੇ ਗਏ, ਉਹਨਾਂ ਦਾ ਫਾਇਦਾ ਚੁੱਕਿਆ ਜਾਵੇ। ਦੱਸ ਦਈਏ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ PR ਹਾਸਲ ਕਰਨ ਦੇ ਲਈ ਨਵੇਂ ਪ੍ਰੋਗਰਾਮ ਲਿਆਂਦੇ ਗਏ ਸਨ, ਜਿੱਥੇ ਕੈਨੇਡਾ ਦੇ ਵਿੱਚ ਜਿਹੜੇ ਟੈਂਪਰੇਰੀ ਰੈਜ਼ੀਡੈਂਟ ਨੇ, ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਕਿ ਉਹ ਕੈਨੇਡਾ ਦੇ ਵਿੱਚ PR ਹਾਸਲ ਕਰ ਸਕਣ। ਇਹਨਾਂ ਵੱਖ-ਵੱਖ ਪ੍ਰੋਗਰਾਮਸ ਦੇ ਵਿੱਚ ਨਵੰਬਰ 5, 2021 ਤੱਕ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। ਜਿਹੜੇ ਸਟਰੀਮ ਫ੍ਰੈਂਚ ਭਾਸ਼ਾ ਦੇ ਨਾਲ ਜੁੜੇ ਹੋਏ ਨੇ, ਉਸ ਦੇ ਵਿੱਚ ਅਰਜ਼ੀਆਂ ਅਜੇ ਬਹੁਤ ਘੱਟ ਆਈਆਂ ਨੇ। ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਕ ਫ੍ਰੈਂਚ ਸਪੀਕਿੰਗ ਵਰਕਰਸ ਇਨ ਕੈਨੇਡਾ ਹੈਲਥ ਕੇਅਰ, ਜਿਸ ਦੇ ਵਾਸਤੇ ਅਨਲਿਮਿਟਿਡ ਐਪਲੀਕੇਸ਼ਨ ਮਨਜ਼ੂਰ ਕੀਤੀਆਂ ਜਾਣਗੀਆਂ, ਅਜੇ 58 ਅਰਜ਼ੀਆਂ ਹੀ ਆਈਆਂ ਹਨ।
ਫ੍ਰੈਂਚ ਸਪੀਕਿੰਗ ਵਰਕਰਸ ਇਨ ਕੈਨੇਡਾ ਅਸੈਂਸ਼ੀਅਲ ਨੌਨ ਹੈਲਥ ਕੇਅਰ ਦੇ ਵਿੱਚ ਵੀ ਅਨਲਿਮਿਟਿਡ ਐਪਲੀਕੇਸ਼ਨ ਦਾ ਕੋਟਾ ਹੈ, ਪਰ ਅਜੇ ਤੱਕ ਇਮੀਗ੍ਰੇਸ਼ਨ ਵਿਭਾਗ ਨੂੰ ਇਸ ਸਟ੍ਰੀਮ ਦੇ ਤਹਿਤ 642 ਐਪਲੀਕੇਸ਼ਨਸ ਹੀ ਮਿਲੀਆਂ। ਫ੍ਰੈਂਚ ਸਪੀਕਿੰਗ ਰੀਸੈਂਟ ਇੰਟਰਨੈਸ਼ਨਲ ਗ੍ਰੈਜੂਏਟਸ ਫਰॉम ਕੈਨੇਡੀਅਨ ਇੰਸਟੀਚਿਊਟ ਦੇ ਅਧੀਨ ਵੀ ਅਨਲਿਮਿਟਿਡ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ, ਜਿਸ ਦੇ ਵਿੱਚ ਹੁਣ ਤੱਕ 586 ਐਪਲੀਕੇਸ਼ਨਸ ਹੀ ਪ੍ਰਾਪਤ ਹੋਈਆਂ ਨੇ। ਫ੍ਰੈਂਚ ਭਾਸ਼ਾ ਦੇ ਨਾਲ ਜੁੜੇ ਹੋਏ ਸਟ੍ਰੀਮ ਦੇ ਵਿੱਚ ਅਰਜ਼ੀਆਂ ਘੱਟ ਆਉਣ ਦੇ ਕਾਰਨ ਇਮੀਗ੍ਰੇਸ਼ਨ ਮੰਤਰੀ ਵੱਲੋਂ ਕਿਹਾ ਗਿਆ ਹੈ ਕਿ ਇਹਨਾਂ ਪ੍ਰੋਗਰਾਮ ਦੇ ਵਾਸਤੇ ਵੀ ਉਤਸ਼ਾਹ ਦਿਖਾਇਆ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਫ੍ਰੈਂਚ ਸਪੀਕਿੰਗ ਟੈਂਪਰੇਰੀ ਰੈਜ਼ੀਡੈਂਟ ਇਹਨਾਂ ਅਧੀਨ ਆਪਣੀਆਂ ਅਰਜ਼ੀਆਂ ਜ਼ਰੂਰ ਭੇਜਣ। ਇਸ ਤੋਂ ਇਲਾਵਾ ਜਿਹੜੇ ਹੋਰ ਸਟ੍ਰੀਮ ਇਮੀਗ੍ਰੇਸ਼ਨ ਵਿਭਾਗ ਵੱਲੋਂ ਐਲਾਨੇ ਗਏ ਸੀ, ਵਰਕਰਸ ਇਨ ਕੈਨੇਡਾ ਹੈਲਥ ਕੇਅਰ, ਜਿਸ ਦੇ ਤਹਿਤ 20,000 ਅਰਜ਼ੀਆਂ ਲਈਆਂ ਜਾਣੀਆਂ ਨੇ, ਅਜੇ 2,480 ਐਪਲੀਕੇਸ਼ਨਸ ਹੀ ਪਹੁੰਚੀਆਂ। ਵਰਕਰਸ ਇਨ ਕੈਨੇਡਾ ਅਸੈਂਸ਼ੀਅਲ ਨੌਨ ਅਸੈਂਸ਼ੀਅਲ ਹੈਲਥ ਕੇਅਰ, ਜਿਸ ਦੇ ਤਹਿਤ 30,000 ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। ਇਸ ਦੇ ਤਹਿਤ ਅਜੇ ਤੱਕ ਇਮੀਗ੍ਰੇਸ਼ਨ ਵਿਭਾਗ ਨੂੰ 21,871 ਐਪਲੀਕੇਸ਼ਨਸ ਹੀ ਮਿਲੀਆਂ ਨੇ। ਜੇਕਰ ਇੰਟਰਨੈਸ਼ਨਲ ਗ੍ਰੈਜੂਏਟ ਸਟ੍ਰੀਮ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਾਸਤੇ ਵਿਦਿਆਰਥੀਆਂ ਦਾ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ। 40,000 ਐਪਲੀਕੇਸ਼ਨ ਦਾ ਕੋਟਾ ਤੈਅ ਕੀਤਾ ਗਿਆ ਸੀ, ਜੋ ਕਿ 24 ਘੰਟਿਆਂ ਦੌਰਾਨ ਹੀ ਪੂਰਾ ਹੋ ਗਿਆ ਸੀ। ਬ੍ਰੈਂਪਟਨ ਤੋਂ ਮਾਮਲਾ ਸਾਹਮਣੇ ਆਇਆ, ਜਿੱਥੇ ਹਾਦਸਾ ਵਾਪਰਿਆ ਹੈ। 1 ਸਾਲ ਦੀ ਬੱਚੀ ਦੀ ਇਸ ਦੌਰਾਨ ਮੌਤ ਹੋ ਗਈ ਹੈ। ਦਰਅਸਲ ਇਸ ਬੱਚੀ ਨੂੰ ਟੱਕਰ ਲੱਗਣ ਦੇ ਕਾਰਨ ਇਸ ਦੀ ਮੌਤ ਹੋ ਗਈ। ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ, ਪਰ ਬੱਚੀ ਦੀ ਜਾਨ ਨਹੀਂ ਬਚਾਈ ਜਾ ਸਕੀ। ਬ੍ਰੈਂਪਟਨ ਡਰਾਈਵੇ ਦੇ ਵਿੱਚ ਇੱਕ ਵਾਹਨ ਦੀ ਟੱਕਰ ਲੱਗਣ ਦੇ ਕਾਰਨ 1 ਸਾਲ ਦੀ ਬੱਚੀ ਦੀ ਮੌਤ ਹੋ ਗਈ। ਪੀਲ ਰੀਜਨਲ ਪੁਲਿਸ ਵੱਲੋਂ ਇਸ ਘਟਨਾ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਇੱਕ ਬੱਚੀ ਨੂੰ ਡਰਾਈਵੇ ਦੇ ਉੱਪਰ ਟੱਕਰ ਮਾਰੀ ਗਈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਤੜਕੇ 12:20 ਦੇ ਉੱਪਰ ਐਮਰਜੈਂਸੀ ਕ੍ਰਿਊਜ਼ ਨੂੰ ਬੁਲਾਇਆ ਗਿਆ। ਐਮਰਜੈਂਸੀ ਕ੍ਰਿਊਜ਼ ਨੂੰ ਵਿਲੀਅਮਸ ਪਾਰਕਵੇ ਅਤੇ ਰੂਦਰਫੋਰਡ ਰੋਡ ਨਾਰਥ ਦੇ ਵਿੱਚ ਬੁਲਾਇਆ ਗਿਆ ਸੀ। ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਸ ਬੱਚੀ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਸੀ। ਇਹ ਬੱਚੀ ਕਾਫੀ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਹੋਈ ਸੀ। ਹਸਪਤਾਲ ਦੇ ਵਿੱਚ ਪਹੁੰਚਣ ਤੋਂ ਬਾਅਦ ਇਸ ਬੱਚੀ ਦਾ ਕੁਝ ਸਮੇਂ ਬਾਅਦ ਹੀ ਦੇਹਾਂਤ ਹੋ ਗਿਆ। ਇਸ ਦੀ ਇਨਫੋਰਮੇਸ਼ਨ ਵੀ ਪੁਲਿਸ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਹੈ। ਇਨਵੈਸਟੀਗੇਟਰਸ ਦਾ ਕਹਿਣਾ ਹੈ ਕਿ ਫੈਮਿਲੀ ਮੈਂਬਰ ਵੱਲੋਂ ਗੱਡੀ ਚਲਾਈ ਜਾ ਰਹੀ ਸੀ। ਅਜੇ ਇਨਵੈਸਟੀਗੇਟਰਸ ਨੂੰ ਇਸ ਮਾਮਲੇ ਦੇ ਬਾਰੇ ਸਪਸ਼ਟ ਜਾਣਕਾਰੀ ਨਹੀਂ ਹਾਸਲ ਹੋ ਸਕੀ। ਉਹਨਾਂ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਪੁਲਿਸ ਵੱਲੋਂ ਇਸ ਨੂੰ ਕਾਫੀ ਜ਼ਿਆਦਾ ਟ੍ਰੈਜਿਕ ਇਨਸੀਡੈਂਟ ਦੱਸਿਆ ਗਿਆ ਹੈ। ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਅਜੇ ਕਿਸੇ ਦੇ ਉੱਪਰ ਕੋਈ ਵੀ ਚਾਰਜ ਨਹੀਂ ਲਗਾਏ ਗਏ। ਪੀਲ ਰੀਜਨਲ ਪੁਲਿਸ ਵੱਲੋਂ ਟਵਿੱਟਰ ਦੇ ਉੱਪਰ ਟਵੀਟ ਕਰਕੇ ਵੀ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ, ਜਿੱਥੇ ਉਹਨਾਂ ਨੇ ਦੱਸਿਆ ਕਿ ਬ੍ਰੈਂਪਟਨ ਡਰਾਈਵੇ ਦੇ ਉੱਪਰ ਹਾਦਸਾ ਵਾਪਰਿਆ। 1 ਸਾਲ ਦੀ ਬੱਚੀ ਨੂੰ ਵਾਹਨ ਦੀ ਟੱਕਰ ਲੱਗੀ। ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ, ਪਰ ਬੱਚੀ ਦੀ ਜਾਨ ਨਹੀਂ ਬਚਾਈ ਜਾ ਸਕੀ। ਸਰੀ ਆਰਸੀਐਮਪੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇੱਥੇ 2 ਵਿਅਕਤੀਆਂ ਦੇ ਉੱਪਰ ਚਾਕੂ ਦੇ ਨਾਲ ਹਮਲਾ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਜਿਹੜਾ ਇਸ ਦੌਰਾਨ ਸਸਪੈਕਟ ਸੀ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਨੂੰ ਟਾਰਗੇਟਡ ਦੱਸਿਆ ਗਿਆ, ਪਰ ਨਾਲ ਹੀ ਉਹਨਾਂ ਵੱਲੋਂ ਇਹ ਵੀ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਇਸ ਦਾ ਸੰਬੰਧ ਲੋਅਰ ਮੇਨਲੈਂਡ ਦੇ ਵਿੱਚ ਜੋ ਗੈਂਗ ਕੌਨਫਲਿਕਟ ਚੱਲ ਰਹੀ ਹੈ ਉਸ ਦੇ ਨਾਲ ਨਹੀਂ ਹੈ, ਤੇ ਨਾ ਹੀ ਇਸ ਘਟਨਾ ਤੋਂ ਬਾਅਦ ਕਿਸੇ ਆਮ ਇਨਸਾਨ ਨੂੰ, ਜਾਣੀ ਕਿ ਪਬਲਿਕ ਨੂੰ, ਕੋਈ ਖਤਰਾ ਹੈ। ਸਰੀ ਡੈਲਟਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 2 ਜਾਣੇ ਜ਼ਖਮੀ ਹੋਏ ਨੇ ਕਿਉਂਕਿ ਇਹਨਾਂ ਦੇ ਉੱਪਰ ਚਾਕੂ ਦੇ ਨਾਲ ਹਮਲਾ ਕੀਤਾ ਗਿਆ। ਇਹ ਘਟਨਾ ਨਾਰਥ ਡੈਲਟਾ ਦੇ ਵਿੱਚ ਐਤਵਾਰ ਦੀ ਸਵੇਰ ਨੂੰ ਵਾਪਰੀ। ਡੈਲਟਾ ਪੁਲਿਸ ਡਿਪਾਰਟਮੈਂਟ ਵੱਲੋਂ ਇਸ ਦੇ ਨਾਲ ਸੰਬੰਧਿਤ ਇੱਕ ਨਿਊਜ਼ ਰਿਲੀਜ਼ ਜਾਰੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਇਸ ਘਟਨਾ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ। ਡੈਲਟਾ ਪੁਲਿਸ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਆਫੀਸਰਸ ਨੂੰ 4 ਵਜੇ ਦੇ ਕਰੀਬ ਗੁੰਡਰਸਨ ਪਾਰਕ ਦੇ ਵਿੱਚ ਬੁਲਾਇਆ ਗਿਆ ਸੀ। ਇਹ ਪਾਰਕ ਨਾਰਥ ਡੈਲਟਾ ਦੇ ਵਿੱਚ ਮੌਜੂਦ ਹੈ। ਜਦੋਂ ਆਫੀਸਰਸ ਇੱਥੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ 2 ਪੀੜਤਾਂ ਦੇ ਉੱਪਰ ਚਾਕੂ ਦੇ ਨਾਲ ਹਮਲਾ ਕੀਤਾ ਗਿਆ। ਪੁਲਿਸ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਇੱਕ ਵਿਕਟਮ ਨੂੰ ਕਾਫੀ ਗੰਭੀਰ ਸੱਟਾਂ ਆਈਆਂ ਤੇ ਦੂਸਰੇ ਵਿਕਟਮ ਨੂੰ ਮਾਮੂਲੀ ਸੱਟਾਂ ਆਈਆਂ ਨੇ। ਵਿਭਾਗ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਇਸ ਦੌਰਾਨ ਸਸਪੈਕਟ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ। ਇਹ ਸਸਪੈਕਟ ਅਜੇ ਵੀ ਪੁਲਿਸ ਕਸਟਡੀ ਦੇ ਵਿੱਚ ਮੌਜੂਦ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਦੌਰਾਨ ਸਸਪੈਕਟ ਅਤੇ ਵਿਕਟਮ ਇੱਕ ਦੂਸਰੇ ਨੂੰ ਜਾਣਦੇ ਸਨ। ਇਸ ਘਟਨਾ ਨੂੰ ਪੁਲਿਸ ਵੱਲੋਂ ਆਈਸੋਲੇਟਡ ਦੱਸਿਆ ਗਿਆ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਇਹ ਇੱਕ ਟਾਰਗੇਟਡ ਇਨਸੀਡੈਂਟ ਹੈ। ਪਰ ਉਹਨਾਂ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਇਸ ਦਾ ਸੰਬੰਧ ਲੋਅਰ ਮੇਨਲੈਂਡ ਗੈਂਗ ਕੌਨਫਲਿਕਟ ਦੇ ਨਾਲ ਨਹੀਂ ਹੈ ਤੇ ਇਸ ਦਾ ਪਬਲਿਕ ਸੇਫਟੀ ਨੂੰ ਕੋਈ ਵੀ ਖਤਰਾ ਨਹੀਂ ਹੈ। ਇਸ ਘਟਨਾ ਤੋਂ ਬਾਅਦ ਕੁਝ ਸਮੇਂ ਦੇ ਵਾਸਤੇ ਗੁੰਡਰਸਨ ਪਾਰਕ ਨੂੰ ਬੰਦ ਕੀਤਾ ਗਿਆ ਸੀ, ਪਰ ਬਾਅਦ ਦੇ ਵਿੱਚ ਇਸ ਨੂੰ ਆਮ ਲੋਕਾਂ ਦੇ ਲਈ ਮੁੜ ਤੋਂ ਖੋਲ੍ਹ ਦਿੱਤਾ ਗਿਆ।
ਬ੍ਰਿਟਿਸ਼ ਕੋਲੰਬੀਆ ਦੇ ਕੈਲੋਵਨਾ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਕ੍ਰੇਨ ਹਾਦਸਾਗ੍ਰਸਤ ਹੋ ਗਈ ਹੈ। ਇਸ ਦੌਰਾਨ 3 ਜਾਣੇ ਹਸਪਤਾਲ ਦੇ ਵਿੱਚ ਭਰਤੀ ਕਰਵਾਏ ਗਏ। ਇਹਨਾਂ 3 ਜਾਣਿਆਂ ਦੇ ਵਿੱਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਇੱਕ ਨੂੰ ਮਾਮੂਲੀ ਸੱਟਾਂ ਆਈਆਂ ਨੇ। ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੀ ਕ੍ਰੇਨ ਸੀ ਕੰਸਟਰਕਸ਼ਨ ਸਾਈਟ ਦੇ ਉੱਪਰ ਇਮਾਰਤ ਦੇ ਨਾਲ ਟਕਰਾ ਗਈ, ਜਿਸ ਤੋਂ ਬਾਅਦ ਹਾਦਸਾ ਵਾਪਰਿਆ ਤੇ 3 ਜਾਣਿਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਬ੍ਰਿਟਿਸ਼ ਕੋਲੰਬੀਆ ਕੈਲੋਵਨਾ ਦੇ ਵਿੱਚ ਇੱਕ ਕ੍ਰੇਨ ਦੇ ਨਾਲ ਕੰਸਟਰਕਸ਼ਨ ਸਾਈਟ ਦੇ ਉੱਪਰ ਹਾਦਸਾ ਵਾਪਰਿਆ। ਇਸ ਹਾਦਸੇ ਤੋਂ ਬਾਅਦ 3 ਜਾਣਿਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਬ੍ਰਿਟਿਸ਼ ਕੋਲੰਬੀਆ ਐਮਰਜੈਂਸੀ ਹੈਲਥ ਸਰਵਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 3 ਜਾਣਿਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਹਨਾਂ ਵਿੱਚੋਂ ਇੱਕ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ, ਇੱਕ ਸੀਰੀਅਸ ਕੰਡੀਸ਼ਨ ਦੇ ਵਿੱਚ ਹੈ ਅਤੇ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਆਈਆਂ ਨੇ। ਕੈਲੋਵਨਾ RCMP ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਹਾਦਸਾ ਸੇਂਟ ਪਾਲ ਸਟਰੀਟ ਐਂਡ ਬਰਨਾਰਡ ਐਵਨਿਊ ਦੇ ਨੇੜੇ ਵਾਪਰਿਆ। ਜਾਣਕਾਰੀ ਦੇ ਮੁਤਾਬਕ ਜਦੋਂ ਕ੍ਰੇਨ ਦੇ ਨਾਲ ਹਾਦਸਾ ਵਾਪਰਿਆ ਤਾਂ ਇਸ ਦੇ ਵਿੱਚ ਲੋਕ ਮੌਜੂਦ ਸਨ। ਕ੍ਰੇਨ ਇੱਕ ਇਮਾਰਤ ਦੇ ਨਾਲ ਟਕਰਾ ਗਈ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਇਸ ਹਾਦਸੇ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ। ਇਨ੍ਹਾਂ ਤਸਵੀਰਾਂ ਦੇ ਰਾਹੀਂ ਪਤਾ ਚੱਲਦਾ ਹੈ ਕਿ ਇਮਾਰਤ ਨੂੰ ਵੀ ਇਸ ਦੇ ਨਾਲ ਨੁਕਸਾਨ ਪਹੁੰਚਿਆ। ਘਟਨਾ ਵਾਲੀ ਥਾਂ ਦੇ ਉੱਪਰ 12 ਗਰਾਊਂਡ ਐਂਬੂਲੈਂਸ ਮੌਜੂਦ ਹਨ। ਇਸ ਦੇ ਨਾਲ ਹੀ 2 ਕ੍ਰਿਟੀਕਲ ਕੇਅਰ ਟੀਮਸ ਵੀ ਇੱਥੇ ਮੌਜੂਦ ਹਨ। ਮਾਊਂਟੀਜ਼ ਦੇ ਵੱਲੋਂ ਸਟੇਟਮੈਂਟ ਜਾਰੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਲੋਕਾਂ ਨੂੰ ਸੁਰੱਖਿਆ ਪਹੁੰਚਾਉਣ ਦੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਲੋਵਨਾ RCMP ਵੱਲੋਂ ਇਸ ਜਗ੍ਹਾ ਨੂੰ ਬੰਦ ਕਰ ਦਿੱਤਾ ਗਿਆ ਹੈ ਜਿੱਥੇ ਇਹ ਹਾਦਸਾ ਵਾਪਰਿਆ। ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਰਸਤੇ ਅਜੇ ਨਾ ਆਉਣ। ਸਰੀ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਟ੍ਰੈਫਿਕ ਸਟਾਪ ਦੌਰਾਨ ਇੱਕ ਲੋਡਡ ਗਨ ਬਰਾਮਦ ਕੀਤੀ ਗਈ ਹੈ। ਜਾਣਕਾਰੀ ਦਿੱਤੀ ਗਈ ਕਿ ਟ੍ਰੈਫਿਕ ਸਟਾਪ ਦੌਰਾਨ ਇੱਕ ਵਾਹਨ ਨੂੰ ਰੁਕਵਾਇਆ ਗਿਆ। ਜਦੋਂ ਜਾਂਚ ਕੀਤੀ ਗਈ ਤਾਂ ਲੱਗਿਆ ਕਿ ਡਰਾਈਵਰ ਵੱਲੋਂ ਸ਼ਰਾਬ ਪੀਤੀ ਹੋਈ ਹੈ। ਇਸ ਦੌਰਾਨ ਇਸ ਦੇ ਕੋਲੋਂ ਜਾਣੀ ਕਿ ਡਰਾਈਵਰ ਦੇ ਕੋਲੋਂ ਵਾਹਨ ਦੇ ਵਿੱਚੋਂ ਲੋਡਡ ਗਨ ਵੀ ਬਰਾਮਦ ਹੋਈ। ਇਹ ਵੀ ਦੱਸਿਆ ਗਿਆ ਕਿ ਡਰਾਈਵਰ ਨੂੰ ਰਿਹਾ ਕਰ ਦਿੱਤਾ ਗਿਆ, ਪਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਟ੍ਰੈਫਿਕ ਸਟਾਪ ਦੇ ਦੌਰਾਨ ਸਰੀ ਮਾਊਂਟੀਜ਼ ਦੇ ਵੱਲੋਂ ਇੱਕ ਲੋਡਡ ਗਨ ਬਰਾਮਦ ਕੀਤੀ ਗਈ। ਸਰੀ ਮਾਊਂਟੀਜ਼ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦਾ ਸੰਬੰਧ ਗੈਂਗ ਦੇ ਨਾਲ ਹੈ। ਇਸ ਦੇ ਕੋਲੋਂ ਇੱਕ ਹਥਿਆਰ ਵੀ ਬਰਾਮਦ ਕੀਤਾ ਗਿਆ। ਇਹ ਹੈਂਡਗਨ ਸਰੀ ਮਾਊਂਟੀਜ਼ ਦੇ ਵੱਲੋਂ 152 ਸਟਰੀਟ ਦੇ 500 ਬਲਾਕ ਦੇ ਟ੍ਰੈਫਿਕ ਸਟਾਪ ਤੋਂ ਬਰਾਮਦ ਕੀਤੀ ਗਈ ਹੈ। ਕਾਂਸਟੇਬਲ ਸਰਬਜੀਤ ਸੰਘਾ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਸਰੀ ਗੈਂਗ ਇਨਫੋਰਸਮੈਂਟ ਟੀਮ ਵੱਲੋਂ 29 ਜੂਨ ਨੂੰ ਇੱਕ ਰੈਂਟਲ ਵਾਹਨ ਨੂੰ ਰੁਕਵਾਇਆ ਗਿਆ। ਜਦੋਂ ਇਸ ਦੀ ਚੈਕਿੰਗ ਕੀਤੀ ਗਈ ਤਾਂ ਪਤਾ ਚੱਲਿਆ ਕਿ ਡਰਾਈਵਰ ਵੱਲੋਂ ਸ਼ਰਾਬ ਪੀਤੀ ਹੋਈ ਹੈ। ਤਲਾਸ਼ੀ ਦੌਰਾਨ ਇਸ ਵਾਹਨ ਦੇ ਵਿੱਚ ਇੱਕ ਹੈਂਡਗਨ, ਗਲਵਜ਼ ਅਤੇ ਐਮਟੀ ਜੈਰੀ ਕੈਨ ਬਰਾਮਦ ਹੋਇਆ। ਇਸ ਦੌਰਾਨ ਸਰੀ ਦੇ ਵਿਅਕਤੀ, ਜਿਸ ਦੀ ਉਮਰ 21 ਸਾਲ ਦੇ ਕਰੀਬ ਦੱਸੀ ਗਈ, ਉਸ ਨੂੰ ਟ੍ਰੈਫਿਕ ਟਿਕਟ ਜਾਰੀ ਕੀਤੀ ਗਈ ਤੇ ਰਿਹਾ ਕਰ ਦਿੱਤਾ ਗਿਆ। ਫਿਲਹਾਲ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਸਰੀ ਮਾਊਂਟੀਜ਼ ਦੇ ਵੱਲੋਂ ਇਸ ਸੰਬੰਧੀ ਹੁਣ ਤੱਕ ਇਹੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜੋ ਟ੍ਰੈਫਿਕ ਸਟਾਪ ਲਗਾਇਆ ਗਿਆ ਉੱਥੋਂ ਇੱਕ ਵਿਅਕਤੀ ਦੇ ਕੋਲੋਂ ਲੋਡਡ ਗਨ ਬਰਾਮਦ ਹੋਈ ਹੈ। ਸਰੀ ਦੇ ਵਿੱਚ ਇੱਕ ਵਾਰ ਫਿਰ ਤੋਂ ਭਾਰਤ ਦੇ ਕਿਸਾਨਾਂ ਦੇ ਲਈ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ, ਜਿੱਥੇ 17 ਜੁਲਾਈ ਨੂੰ ਇੱਥੇ ਸਲੀਪ ਆਊਟ ਕਰਵਾਇਆ ਜਾਵੇਗਾ। ਪਹਿਲਾਂ ਵੀ ਕੈਨੇਡਾ ਦੇ ਵਿੱਚ ਭਾਰਤ ਦੇ ਕਿਸਾਨਾਂ ਦੇ ਲਈ ਪ੍ਰਦਰਸ਼ਨ ਕੀਤੇ ਗਏ ਨੇ ਤੇ ਇੱਕ ਵਾਰ ਫਿਰ ਤੋਂ ਅਜਿਹਾ ਹੀ ਸਰੀ ਦੇ ਵਿੱਚ ਦੇਖਣ ਨੂੰ ਮਿਲੇਗਾ। ਸਰੀ ਦੇ ਵਿੱਚ ਇੱਕ ਵਾਰ ਫਿਰ ਤੋਂ ਭਾਰਤ ਦੇ ਕਿਸਾਨਾਂ ਦੇ ਲਈ ਆਵਾਜ਼ ਚੁੱਕੀ ਜਾ ਰਹੀ ਹੈ। ਇੱਥੇ 17 ਜੁਲਾਈ ਨੂੰ ਸਲੀਪ ਆਊਟ ਕਰਵਾਇਆ ਜਾਵੇਗਾ। ਇਹ ਪ੍ਰਦਰਸ਼ਨ ਸਰੀ ਦੇ ਹਾਲੈਂਡ ਪਾਰਕ ਦੇ ਵਿੱਚ ਜੁਲਾਈ 17 ਨੂੰ ਕਰਵਾਇਆ ਜਾ ਰਿਹਾ ਹੈ, ਜਿੱਥੇ ਪ੍ਰੋਟੈਸਟ ਦੌਰਾਨ ਕਿਸਾਨ ਸਲੀਪ ਆਊਟ ਰੱਖਿਆ ਗਿਆ। ਉਮੀਦ ਕੀਤੀ ਜਾ ਰਹੀ ਹੈ ਕਿ 150 ਤੋਂ ਵੱਧ ਲੋਕ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਣਗੇ। ਇੱਥੇ 7 ਵਜੇ ਤੋਂ ਸਪੀਚਸ ਕਰਵਾਈਆਂ ਜਾਣਗੀਆਂ, ਪ੍ਰਦਰਸ਼ਨ ਕੀਤਾ ਜਾਏਗਾ। ਉਸ ਤੋਂ ਬਾਅਦ 9 ਵਜੇ ਇੱਥੇ ਸਲੀਪ ਆਊਟ ਦਾ ਸਮਾਂ ਰੱਖਿਆ ਗਿਆ ਹੈ। ਦੱਸ ਦਈਏ ਕਿ ਕੈਨੇਡਾ ਦੇ ਵਿੱਚ ਲਗਾਤਾਰ ਭਾਰਤ ਦੇ ਕਿਸਾਨਾਂ ਦੇ ਲਈ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਭਾਰਤ ਦੇ ਵਿੱਚ ਕਿਸਾਨ 3 ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਜੋ ਕਾਨੂੰਨ ਭਾਰਤ ਦੀ ਸਰਕਾਰ ਵੱਲੋਂ ਲਿਆਂਦੇ ਗਏ। ਕੈਨੇਡਾ ਦੇ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਲਗਾਤਾਰ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਭਾਰਤ ਦੇ ਕਿਸਾਨਾਂ ਦੇ ਨਾਲ ਆਪਣੀ ਸਪੋਰਟ ਦਿਖਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਪ੍ਰਦਰਸ਼ਨ, ਰੈਲੀਆਂ ਅਤੇ ਮਹਾਪੰਚਾਇਤਾਂ ਕਰਵਾਈਆਂ ਗਈਆਂ, ਜਿਸ ਦੇ ਵਿੱਚ ਕਿਸਾਨੀ ਮੁੱਦਾ ਚੁੱਕਿਆ ਗਿਆ ਹੈ ਤੇ ਹੁਣ ਇੱਕ ਵਾਰ ਫਿਰ ਤੋਂ ਸਰੀ ਦੇ ਵਿੱਚ 17 ਜੁਲਾਈ ਨੂੰ ਪ੍ਰਦਰਸ਼ਨ ਕੀਤਾ ਜਾਵੇਗਾ। ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ, ਜਿੱਥੇ 2017 ਦੇ ਦੌਰਾਨ ਇੱਕ ਸੜਕ ਹਾਦਸਾ ਵਾਪਰਿਆ ਸੀ। ਇਸ ਹਾਦਸੇ ਦੇ ਵਿੱਚ 2 ਜਾਣਿਆਂ ਦੀ ਮੌਤ ਹੋ ਗਈ ਸੀ। ਇਸ ਘਟਨਾ ਦੇ ਸੰਬੰਧ ਦੇ ਵਿੱਚ ਹੁਣ ਪੰਜਾਬੀ ਟਰੱਕ ਡਰਾਈਵਰ ਨੂੰ ਸਜ਼ਾ ਸੁਣਾਈ ਗਈ ਹੈ, ਜਿੱਥੇ ਉਸ ਨੂੰ 2 ਸਾਲ ਕੈਦ ਦੀ ਸਜ਼ਾ ਸੁਣਾਈ ਗਈ। 2017 ਦੇ ਵਿੱਚ ਇੱਕ ਸੜਕ ਹਾਦਸਾ ਵਾਪਰਿਆ ਸੀ। ਇਸ ਮਾਮਲੇ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਦੇ ਉੱਪਰ ਕਾਰਵਾਈ ਕੀਤੀ ਗਈ ਹੈ।
ਇਸ ਮਾਮਲੇ ਦੇ ਤਹਿਤ ਟਰੱਕ ਡਰਾਈਵਰ ਜਿਸ ਦਾ ਨਾਮ ਬਲਜਿੰਦਰ ਸਿੰਘ ਹੈ ਉਸ ਨੂੰ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ 2017 ਦੇ ਵਿੱਚ ਓਨਟਾਰੀਓ ਦੇ ਹਾਈਵੇ 401 ਦੇ ਉੱਪਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਸੀ। ਇਹ ਸੜਕ ਹਾਦਸਾ ਓਨਟਾਰੀਓ ਦੇ ਹਾਈਵੇ 401 ਤੇ ਪੋਰਟ ਹੌਪ ਦੇ ਨੇੜੇ ਵਾਪਰਿਆ। ਇਸ ਦੌਰਾਨ 2 ਜਾਣਿਆਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਹੁਣ ਬਲਜਿੰਦਰ ਸਿੰਘ ਨੂੰ ਸਜ਼ਾ ਸੁਣਾਈ ਗਈ ਹੈ। ਇਸ ਡਰਾਈਵਰ ਦਾ ਨਾਮ ਬਲਜਿੰਦਰ ਸਿੰਘ ਹੈ ਜਿਸ ਦੀ ਉਮਰ 56 ਸਾਲ ਦੱਸੀ ਗਈ। ਜੋ ਜਾਣਕਾਰੀ ਮਿਲੀ ਉਸ ਦੇ ਮੁਤਾਬਕ ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਪਿਕਅਪ ਟਰੱਕ ਕਾਫੀ ਹੌਲੀ ਜਾ ਰਿਹਾ ਸੀ ਕਿਉਂਕਿ ਅੱਗੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ। ਇਸ ਮੌਕੇ ਮੌਸਮ ਵੀ ਸਾਫ਼ ਸੀ। ਪਿਕਅਪ ਟਰੱਕ ਦੇ 4-ਵੇ ਫਲੈਸ਼ਰ ਵੀ ਜਗ ਰਹੇ ਸਨ, ਪਰ ਟਰੱਕ ਡਰਾਈਵਰ ਬਲਜਿੰਦਰ ਸਿੰਘ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਗਿਆ ਤੇ ਉਸ ਵੱਲੋਂ ਇਸ ਵਾਹਨ ਨੂੰ ਟੱਕਰ ਮਾਰ ਦਿੱਤੀ ਗਈ। ਬਲਜਿੰਦਰ ਸਿੰਘ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ 2007 ਦੇ ਵਿੱਚ ਰਿਫਿਊਜੀ ਦੇ ਤੌਰ ਦੇ ਉੱਪਰ ਕੈਨੇਡਾ ਆਇਆ ਸੀ। ਕੈਨੇਡਾ ਦੇ ਵਿੱਚ 2009 ਦੇ ਦੌਰਾਨ ਉਹ ਪੱਕਾ ਹੋਇਆ ਸੀ। ਇਸ ਮਾਮਲੇ ਸੰਬੰਧੀ ਇਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਜੋ 2017 ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਸੀ ਉਸ ਦੇ ਕਾਰਨ ਹੁਣ ਟਰੱਕ ਡਰਾਈਵਰ ਬਲਜਿੰਦਰ ਸਿੰਘ ਨੂੰ ਸਜ਼ਾ ਸੁਣਾਈ ਗਈ ਹੈ ਜਿਸ ਨੂੰ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੈਨੀਟੋਬਾ ਵੱਲੋਂ ਆਪਣੇ ਨਵੇਂ ਪੀਐਨਪੀ ਡਰਾਅ ਦਾ ਐਲਾਨ ਕੀਤਾ ਗਿਆ। ਮੈਨੀਟੋਬਾ ਵੱਲੋਂ ਜੋ ਨਵਾਂ ਡਰਾਅ ਕੱਢਿਆ ਗਿਆ ਉਸ ਦੇ ਤਹਿਤ 277 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਹੁਣ ਤੱਕ ਮੈਨੀਟੋਬਾ ਵੱਲੋਂ ਸਾਲ 2021 ਦੇ ਦੌਰਾਨ ਜਿੰਨੇ ਡਰਾਅ ਕੱਢੇ ਗਏ ਉਸ ਦੇ ਤਹਿਤ 4999 ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਜਾ ਚੁੱਕੇ ਨੇ। ਮੈਨੀਟੋਬਾ ਵੱਲੋਂ ਆਪਣੇ ਨਵੇਂ ਪੀਐਨਪੀ ਡਰਾਅ ਦਾ ਐਲਾਨ ਕੀਤਾ ਗਿਆ। ਇਸ ਡਰਾਅ ਦੇ ਵਿੱਚ 277 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਮੈਨੀਟੋਬਾ ਵੱਲੋਂ ਜੁਲਾਈ 9 ਨੂੰ ਇਸ ਡਰਾਅ ਦਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ 277 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਇਹ ਡਰਾਅ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਅਧੀਨ ਕੱਢਿਆ ਗਿਆ। ਇਸ ਨਵੇਂ ਡਰਾਅ ਦੇ ਵਿੱਚ ਸਕਿਲਡ ਵਰਕਰਸ ਇਨ ਮੈਨੀਟੋਬਾ ਦੇ ਵਿੱਚ 201 ਸੱਦੇ ਜਾਰੀ ਕੀਤੇ ਗਏ ਜਿਸ ਦੇ ਵਿੱਚ ਘੱਟੋ ਘੱਟ 445 EOI ਸਕੋਰਸ ਦੀ ਜ਼ਰੂਰਤ ਸੀ। ਸਕਿਲਡ ਵਰਕਰਸ ਓਵਰਸੀਜ਼ ਦੇ ਅਧੀਨ 53 ਇਨਵੀਟੇਸ਼ਨ ਜਾਰੀ ਕੀਤੇ ਗਏ। ਇਸ ਦੇ ਵਿੱਚ ਘੱਟੋ ਘੱਟ 703 EOI ਸਕੋਰਸ ਦੀ ਜ਼ਰੂਰਤ ਰਹੀ। ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਦੇ ਵਿੱਚ 23 ਇਨਵੀਟੇਸ਼ਨ ਦਿੱਤੇ ਗਏ ਜਿਸ ਦੇ ਵਿੱਚ ਕੋਈ ਵੀ EOI ਸਕੋਰ ਰਿਕੁਆਇਰਮੈਂਟ ਨਹੀਂ ਸੀ। ਕੁੱਲ 48 ਇਨਵੀਟੇਸ਼ਨ ਜਿਨ੍ਹਾਂ ਨੂੰ ਲੈਟਰਸ ਆਫ ਐਡਵਾਈਸ ਟੂ ਅਪਲਾਈ ਵੀ ਕਿਹਾ ਜਾਂਦਾ ਹੈ ਇਸ ਸੱਦੇ ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਜਾਰੀ ਕੀਤੇ ਗਏ। ਜਾਣਕਾਰੀ ਦੇ ਲਈ ਦੱਸ ਦਈਏ ਕਿ ਮੈਨੀਟੋਬਾ ਵੱਲੋਂ ਹੁਣ ਤੱਕ ਇਸ ਸਾਲ ਦੌਰਾਨ ਕਈ ਪੀਐਨਪੀ ਡਰਾਅ ਕੱਢੇ ਗਏ ਜਿਸ ਦੇ ਵਿੱਚ 4000 ਤੋਂ ਵੱਧ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। 2021 ਹੁਣ ਤੱਕ ਮੈਨੀਟੋਬਾ ਵੱਲੋਂ ਜਿਹੜੇ ਪੀਐਨਪੀ ਡਰਾਅ ਕੱਢੇ ਗਏ ਇਸ ਦੇ ਤਹਿਤ 4999 ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਜਾ ਚੁੱਕੇ ਨੇ। ਦੱਸ ਦਈਏ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਜੋ ਇਸ ਵਾਰ ਦਾ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਤਹਿਤ ਟਾਰਗੇਟ ਤੈਅ ਕੀਤਾ ਗਿਆ ਹੈ ਉਸ ਨੂੰ ਪੂਰਾ ਕਰਨ ਦੇ ਵਾਸਤੇ ਇਮੀਗ੍ਰੇਸ਼ਨ ਵਿਭਾਗ ਕਾਫੀ ਗੰਭੀਰ ਨਜ਼ਰ ਆ ਰਿਹਾ ਹੈ। ਇਸ ਟੀਚੇ ਨੂੰ ਪੂਰਾ ਕਰਨ ਦੇ ਵਾਸਤੇ ਕਈ ਐਕਸਪ੍ਰੈਸ ਐਂਟਰੀ ਅਤੇ ਪੀਐਨਪੀ ਡਰਾਅ ਲਗਾਤਾਰ ਕੱਢੇ ਜਾ ਰਹੇ ਨੇ। ਕੈਨੇਡਾ ਵੱਲੋਂ ਕੋਵਿਡ-19 ਵੈਕਸੀਨ ਡੋਨੇਟ ਕੀਤੀ ਜਾਵੇਗੀ। ਜੀ ਹਾਂ, ਕੈਨੇਡਾ ਦੀ ਪ੍ਰੋਕਿਊਰਮੈਂਟ ਮਿਨਿਸਟਰ ਅਨੀਤਾ ਆਨੰਦ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਕੈਨੇਡਾ ਵੱਲੋਂ ਜੋ ਵਾਧੂ ਵੈਕਸੀਨ ਹੈ 17.7 ਮਿਲੀਅਨ ਦੇ ਕਰੀਬ ਉਹ ਜਿਹੜੇ ਜ਼ਰੂਰਤਮੰਦ ਦੇਸ਼ ਨੇ ਉਹਨਾਂ ਨੂੰ ਡੋਨੇਟ ਕੀਤੀ ਜਾਵੇਗੀ। ਦੱਸ ਦਈਏ ਕਿ ਕੈਨੇਡਾ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਡੋਨੇਟ ਕੀਤੀ ਜਾ ਰਹੀ ਹੈ। ਕੈਨੇਡਾ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਵੱਲੋਂ ਕਿੰਨੀ ਵੈਕਸੀਨ ਦਾਨ ਕੀਤੀ ਜਾਵੇਗੀ। ਕੈਨੇਡਾ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ 17.7 ਮਿਲੀਅਨ ਡੋਜ਼ਸ ਡੋਨੇਟ ਕੀਤੀਆਂ ਜਾਣਗੀਆਂ। ਕੈਨੇਡਾ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਐਸਟ੍ਰਾਜੈਨੇਕਾ ਵੈਕਸੀਨ ਦੀਆਂ 17.7 ਮਿਲੀਅਨ ਡੋਜ਼ਸ ਜਿਹੜੇ ਦੇਸ਼ਾਂ ਨੂੰ ਵੈਕਸੀਨ ਦੀ ਜ਼ਰੂਰਤ ਹੈ ਉਹਨਾਂ ਨੂੰ ਦਾਨ ਕੀਤੀ ਜਾਵੇਗੀ। ਇਸ ਬਾਰੇ ਜਾਣਕਾਰੀ ਕੈਨੇਡਾ ਦੀ ਪ੍ਰੋਕਿਊਰਮੈਂਟ ਮਿਨਿਸਟਰ ਅਨੀਤਾ ਆਨੰਦ ਵੱਲੋਂ ਸਾਂਝੀ ਕੀਤੀ ਗਈ ਹੈ ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਕੈਨੇਡਾ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਜਿਹੜੀਆਂ ਉਹਨਾਂ ਦੇ ਕੋਲ ਕੋਵਿਡ-19 ਵੈਕਸੀਨ ਦੀਆਂ ਵਾਧੂ ਡੋਜ਼ ਹਨ ਉਹ ਜ਼ਰੂਰਤਮੰਦ ਦੇਸ਼ਾਂ ਨੂੰ ਦਿੱਤੀਆਂ ਜਾਣਗੀਆਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਸੰਬੰਧੀ ਪਹਿਲਾਂ ਹੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਜਿੱਥੇ ਉਹਨਾਂ ਨੇ ਦੱਸਿਆ ਸੀ ਕਿ ਗਲੋਬਲ ਵੈਕਸੀਨ ਸ਼ੇਅਰਿੰਗ ਅਲਾਈਅੰਸ ਕੋਵੈਕਸ ਦੇ ਜ਼ਰੀਏ ਕੈਨੇਡਾ ਵੱਲੋਂ 13 ਮਿਲੀਅਨ ਟੀਕੇ ਦਾਨ ਕੀਤੇ ਜਾਣਗੇ। ਜਾਣਕਾਰੀ ਦੇ ਲਈ ਦੱਸੀਏ ਕਿ ਕੈਨੇਡਾ ਕੋਲ ਜੁਲਾਈ ਮਹੀਨੇ ਦੇ ਅੰਤ ਤੱਕ 68 ਮਿਲੀਅਨ ਕੋਵਿਡ-19 ਵੈਕਸੀਨ ਪਹੁੰਚ ਜਾਣਗੇ। ਇਸ ਵੈਕਸੀਨ ਡੋਜ਼ਸ ਦੇ ਨਾਲ ਕੈਨੇਡਾ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਆਬਾਦੀ ਨੂੰ ਕੋਵਿਡ-19 ਵੈਕਸੀਨ ਦੇ 2 ਡੋਜ਼ ਲਗਾਏ ਜਾ ਸਕਣਗੇ। ਅਨੀਤਾ ਆਨੰਦ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕੈਨੇਡਾ ਦੇ ਵਿੱਚ 79% ਦੀ ਆਬਾਦੀ ਤੋਂ ਵੱਧ ਨੂੰ ਕੋਵਿਡ-19 ਵੈਕਸੀਨ ਦੀ 1 ਡੋਜ਼ ਲਗਾਈ ਜਾ ਚੁੱਕੀ ਹੈ। ਦੱਸ ਦਈਏ ਕਿ ਬਹੁਤ ਸਾਰੇ ਅਜਿਹੇ ਦੇਸ਼ ਨੇ ਜਿੱਥੇ ਵੈਕਸੀਨੇਸ਼ਨ ਨਹੀਂ ਹੋ ਪਾ ਰਹੀ। ਜਿਹੜੇ ਜ਼ਰੂਰਤਮੰਦ ਦੇਸ਼ ਨੇ ਉਹਨਾਂ ਨੂੰ ਵੱਖ-ਵੱਖ ਦੇਸ਼ਾਂ ਵੱਲੋਂ ਕੋਵਿਡ-19 ਵੈਕਸੀਨ ਦਾਨ ਕੀਤੀ ਜਾ ਰਹੀ ਹੈ ਤਾਂ ਕਿ ਜਲਦ ਤੋਂ ਜਲਦ ਵਾਇਰਸ ਨੂੰ ਹਰਾਇਆ ਜਾ ਸਕੇ।
ਹਰਲੀਨ ਕੌਰ ਵੱਲੋਂ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਗਿਆ। ਖੇਡ ਜਗਤ ਦੇ ਵਿੱਚ ਹਰਲੀਨ ਕੌਰ ਵੱਲੋਂ ਕਈ ਖਿਤਾਬ ਆਪਣੇ ਨਾਮ ਕੀਤੇ ਗਏ ਅਤੇ ਕਈ ਅਵਾਰਡ ਉਸ ਵੱਲੋਂ ਹਾਸਲ ਕੀਤੇ ਜਾਂਦੇ ਨੇ। ਹਰਲੀਨ ਕੌਰ ਦੀਆਂ ਕੀ ਹੁਣ ਤੱਕ ਦੀਆਂ ਪ੍ਰਾਪਤੀਆਂ ਨੇ, ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਦੱਸ ਦਈਏ ਕਿ ਹਰਲੀਨ ਕੌਰ ਦਾ ਜਨਮ ਇੰਗਲੈਂਡ ਦੇ ਵਿੱਚ ਹੋਇਆ। ਵੱਖ-ਵੱਖ ਚੈਂਪੀਅਨਸ਼ਿਪ ਦੇ ਵਿੱਚ ਉਸ ਵੱਲੋਂ ਹਿੱਸਾ ਲਿਆ ਗਿਆ ਤੇ ਇਹਨਾਂ ਦੇ ਵਿੱਚ ਉਸਨੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ। ਫਾਈਟਿੰਗ ਮਸ਼ੀਨ ਹਰਲੀਨ ਕੌਰ ਵੱਲੋਂ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਗਿਆ। ਹਰਲੀਨ ਕੌਰ ਬ੍ਰਿਟਿਸ਼ ਮਾਰਸ਼ਲ ਆਰਟ ਵਰਲਡ ਚੈਂਪੀਅਨ ਰਹਿ ਚੁੱਕੀ ਹੈ। ਸਿਲਵਰ ਮੈਡਲ ਹਾਸਲ ਕਰਨ ਵਾਲੀ ਹਰਲੀਨ ਸੁਪਰਲੇਟਿਵ ਫੀਮੇਲ ਮਾਰਸ਼ਲ ਆਰਟ ਵੀ ਰਹਿ ਚੁੱਕੀ ਹੈ। ਹਰਲੀਨ ਕੌਰ ਦਾ ਜਨਮ ਇੰਗਲੈਂਡ ਦੇ ਯਾਰਕਸ਼ਾਇਰ ਦੇ ਵਿੱਚ ਹੋਇਆ। 14 ਸਾਲ ਪਹਿਲਾਂ ਹਰਲੀਨ ਵੱਲੋਂ ਮਾਰਸ਼ਲ ਆਰਟ ਦੀ ਸ਼ੁਰੂਆਤ ਕਰਾਟੇ ਤੋਂ ਕੀਤੀ ਗਈ। ਹਰਲੀਨ ਕੌਰ ਸੈਕੰਡ ਡੈਨ ਬਲੈਕ ਬੈਲਟ ਹੈ ਅਤੇ ਉਸ ਵੱਲੋਂ ਨੈਸ਼ਨਲ ਚੈਂਪੀਅਨਸ਼ਿਪਸ 2013, 2014, 2015 ਦੇ ਵਿੱਚ 골ਡ ਮੈਡਲ ਹਾਸਲ ਕੀਤਾ ਗਿਆ। ਫਿਰ ਹਰਲੀਨ ਵੱਲੋਂ ਕਿਕ ਬਾਕਸਿੰਗ ਕੰਪੀਟੀਸ਼ਨ ਵੀ ਲੜੇ, ਜਿਸ ਦੇ ਵਿੱਚ 2015 ਦੀ ਬ੍ਰਿਟਿਸ਼ ਚੈਂਪੀਅਨਸ਼ਿਪ ਦੇ ਵਿੱਚ ਉਸ ਵੱਲੋਂ 골ਡ ਮੈਡਲ ਜਿੱਤਿਆ ਗਿਆ। ਹਰਲੀਨ ਬ੍ਰਿਟਿਸ਼ ਚੈਂਪੀਅਨ ਬਣੀ ਅਤੇ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਟੀਮ ਇੰਗਲੈਂਡ ਨੂੰ ਰਿਪਰੈਜ਼ੈਂਟ ਕਰਨ ਦਾ ਉਸ ਨੂੰ ਮੌਕਾ ਮਿਲਿਆ। ਉਸ ਵੇਲੇ ਹਰਲੀਨ ਵੱਲੋਂ ਵਰਲਡ ਚੈਂਪੀਅਨਸ਼ਿਪ ਦੇ ਵਿੱਚ 2015 ਅਤੇ 2016 ਦੇ ਦੌਰਾਨ ਦੋਨੋਂ ਵਾਰ ਸਿਲਵਰ ਮੈਡਲ ਹਾਸਲ ਕੀਤਾ ਗਿਆ। ਮਈ 2016 ਦੇ ਵਿੱਚ ਹਰਲੀਨ ਨੇ ਨੈਟਵੈਸਟ ਏਸ਼ੀਅਨ ਵਿਮਨ ਆਫ ਅਚੀਵਮੈਂਟ ਅਵਾਰਡ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਹਰਲੀਨ ਨੂੰ ਸਪੋਰਟਸ ਵਿਮਨ ਆਫ ਦ ਈਅਰ ਅਵਾਰਡ ਦੇ ਨਾਲ ਵੀ ਨਿਵਾਜਿਤ ਕੀਤਾ ਗਿਆ। ਇਹ ਅਵਾਰਡ ਹਾਸਲ ਕਰਨ ਤੋਂ ਬਾਅਦ ਹਰਲੀਨ ਇਹ ਅਵਾਰਡ ਹਾਸਲ ਕਰਨ ਵਾਲੀ ਸਭ ਤੋਂ ਯੰਗੈਸਟ ਬਣ ਗਈ। 2016 ਤੋਂ ਹੀ ਹਰਲੀਨ ਵੱਲੋਂ ਇੰਡੀਆ ਦੇ ਵਿੱਚ ਚੈਰਿਟੀ ਕੀਤੀ ਜਾ ਰਹੀ ਹੈ। ਉਸ ਵੱਲੋਂ ਪੰਜਾਬ ਦੇ ਵਿੱਚ ਸਪੋਰਟਸ ਫਾਰ ਡਿਵੈਲਪਮੈਂਟ ਪ੍ਰੋਗਰਾਮ ਦੇ ਲਈ ਵੀ ਕੰਮ ਕੀਤਾ ਜਾ ਰਿਹਾ ਹੈ। ਮਾਰਚ 2017 ਦੇ ਵਿੱਚ ਹਰਲੀਨ ਨੂੰ ਯੂਥ ਸਪੋਰਟਸ ਟਰਸਟ ਸਪੋਕਸਪਰਸਨ ਆਫ ਦ ਈਅਰ ਦੇ ਲਈ ਸ਼ਾਰਟਲਿਸਟ ਕੀਤਾ ਗਿਆ। ਇਸ ਦੇ ਨਾਲ ਹੀ ਉਸ ਵੱਲੋਂ ਬ੍ਰੈਡਫੋਰਡ ਸਪੋਰਟਸ ਅਵਾਰਡ ਦੇ ਵਿੱਚ ਸਟੂਡੈਂਟ ਸਪੋਕਸਪਰਸਨ ਆਫ ਦ ਈਅਰ ਅਵਾਰਡ ਵੀ ਜਿੱਤਿਆ ਗਿਆ। 2018 ਦੇ ਵਿੱਚ ਹਰਲੀਨ ਨੂੰ ਇੱਕ ਸਪੈਸ਼ਲ ਰੈਕੋਗਨਾਈਜੇਸ਼ਨ ਮਿਲੀ, ਜਿੱਥੇ ਉਸ ਨੂੰ ਯਾਰਕਸ਼ਾਇਰ ਏਸ਼ੀਅਨ ਬਿਜ਼ਨਸ ਐਸੋਸੀਏਸ਼ਨ ਅਵਾਰਡ ਹਾਸਲ ਹੋਇਆ। ਕੈਨੇਡਾ ਨੂੰ ਇਸ ਹਫ਼ਤੇ ਕਿੰਨੀ ਕੋਵਿਡ-19 ਵੈਕਸੀਨ ਮਿਲਣ ਵਾਲੀ ਹੈ, ਇਸ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਕੈਨੇਡਾ ਨੂੰ ਇਸ ਹਫ਼ਤੇ ਮੋਡਰਨਾ ਅਤੇ ਫਾਈਜ਼ਰ ਤੋਂ ਸ਼ਿਪਮੈਂਟ ਮਿਲੇਗੀ। ਇਸ ਹਫ਼ਤੇ ਕੈਨੇਡਾ ਨੂੰ 3.7 ਮਿਲੀਅਨ ਦੇ ਕਰੀਬ ਡੋਜ਼ਸ ਪ੍ਰਾਪਤ ਹੋਣ ਵਾਲੀਆਂ ਨੇ। ਇਸ ਹਫ਼ਤੇ ਕੈਨੇਡਾ ਨੂੰ ਕਿੰਨੀ ਕੋਵਿਡ-19 ਵੈਕਸੀਨ ਮਿਲਣ ਵਾਲੀ ਹੈ, ਇਸ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇਸ ਹਫ਼ਤੇ ਕੈਨੇਡਾ ਨੂੰ ਕੋਵਿਡ-19 ਵੈਕਸੀਨ ਦੀਆਂ 3.7 ਮਿਲੀਅਨ ਡੋਜ਼ਸ ਮਿਲਣਗੀਆਂ। ਇਸ 3.7 ਮਿਲੀਅਨ ਡੋਜ਼ਸ ਦੇ ਨਾਲ ਕੈਨੇਡਾ ਦੇ ਵਿੱਚ ਕੁੱਲ ਆਉਣ ਵਾਲੇ ਟੀਕਿਆਂ ਦੀ ਗਿਣਤੀ 55 ਮਿਲੀਅਨ ਦੇ ਕਰੀਬ ਹੋ ਜਾਵੇਗੀ, ਜਿਸ ਦਾ ਮਤਲਬ ਹੈ ਕਿ ਕੈਨੇਡਾ ਨੂੰ ਕੁੱਲ 55 ਮਿਲੀਅਨ ਕੋਵਿਡ-19 ਡੋਜ਼ਸ ਮਿਲ ਚੁੱਕੀਆਂ ਹਨ। ਜੋ ਡੋਜ਼ਸ ਕੈਨੇਡਾ ਨੂੰ ਇਸ ਹਫ਼ਤੇ ਮਿਲਣ ਵਾਲੀਆਂ ਨੇ, ਉਸ ਦੇ ਵਿੱਚ ਫਾਈਜ਼ਰ ਬਾਇਓਟੈਕ ਅਤੇ ਮੋਡਰਨਾ ਵੈਕਸੀਨ ਦੀ ਸ਼ਿਪਮੈਂਟ ਸ਼ਾਮਲ ਹੈ। ਤਾਜ਼ਾ ਜਾਣਕਾਰੀ ਦੇ ਮੁਤਾਬਕ ਕੈਨੇਡਾ ਦੇ ਵਿੱਚ ਹੁਣ ਤੱਕ 42.7% ਲੋਕਾਂ ਨੂੰ ਕੋਵਿਡ-19 ਵੈਕਸੀਨ ਦੀ 2 ਡੋਜ਼ ਲੱਗ ਚੁੱਕੀ ਹੈ, ਜਿਸ ਦਾ ਮਤਲਬ ਹੈ ਕਿ ਕੈਨੇਡਾ ਦੇ ਵਿੱਚ ਹੁਣ ਤੱਕ 42% ਤੋਂ ਵੱਧ ਲੋਕ ਕੋਵਿਡ-19 ਵੈਕਸੀਨ ਦੇ ਨਾਲ ਫੁੱਲੀ ਵੈਕਸੀਨੇਟਡ ਨੇ। ਕੈਨੇਡਾ ਦੇ ਵਿੱਚ ਵੈਕਸੀਨੇਸ਼ਨ ਰੇਟ ਕਾਫੀ ਜ਼ਿਆਦਾ ਹਾਈ ਹੈ, ਪਰ ਇੱਥੇ ਜੋ ਕੋਵਿਡ-19 ਦਾ ਇੱਕ ਨਵਾਂ ਵੇਰੀਐਂਟ ਮਿਲਿਆ ਹੈ, ਇਸ ਨੂੰ ਲੈ ਕੇ ਵੀ ਲਗਾਤਾਰ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਚੀਫ ਪਬਲਿਕ ਹੈਲਥ ਆਫੀਸਰ ਡਾਕਟਰ ਥੇਰੇਸਾ ਟੇਮ ਵੱਲੋਂ ਲੈਂਬਡਾ ਵਾਇਰਸ ਨੂੰ ਲੈ ਕੇ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸ ਵੇਰੀਐਂਟ ਦੇ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜੇ ਸਪਸ਼ਟ ਰੂਪ ਦੇ ਵਿੱਚ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਵੇਰੀਐਂਟ ਕਿਸ ਤਰੀਕੇ ਦੇ ਨਾਲ ਫੈਲਦਾ ਹੈ। ਫੈਡਰਲ ਸਰਕਾਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਨੂੰ 1.4 ਮਿਲੀਅਨ ਡੋਜ਼ਸ ਫਾਈਜ਼ਰ ਬਾਇਓਟੈਕ ਅਤੇ 1.5 ਮਿਲੀਅਨ ਡੋਜ਼ਸ ਮੋਡਰਨਾ ਵੈਕਸੀਨ ਦੀਆਂ ਮਿਲਣਗੀਆਂ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਦੇ ਮਾਮਲੇ ਸਾਹਮਣੇ ਆਏ। ਦੱਸਾਂਗੇ ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਕੀ ਹਾਲਾਤ ਨੇ। ਇਸ ਖਬਰ ਦੇ ਵਿੱਚ ਦੇਵਾਂਗੇ ਸਾਰੀ ਜਾਣਕਾਰੀ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 114 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ 24 ਘੰਟਿਆਂ ਦੌਰਾਨ ਕੋਈ ਵੀ ਜਾਨ ਇਸ ਵਾਇਰਸ ਦੇ ਕਾਰਨ ਨਹੀਂ ਗਈ। ਓਨਟਾਰੀਓ ਦੇ ਵਿੱਚ ਹੁਣ ਤੱਕ 5,47,263 ਕੁੱਲ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਤੱਕ 9,251 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਗ੍ਰੇਸ ਬਰੂਸ ਤੋਂ 18, ਵਾਟਰਲੂ ਰੀਜਨ ਤੋਂ 15, ਟੋਰਾਂਟੋ ਤੋਂ 10 ਕਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਓਨਟਾਰੀਓ ਦੇ ਵਿੱਚ 79.2% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ 1 ਡੋਜ਼ ਅਤੇ 56% ਦੀ ਅਡਲਟਸ ਨੂੰ ਕੋਵਿਡ-19 ਵੈਕਸੀਨ ਦੇ 2 ਡੋਜ਼ ਲੱਗ ਚੁੱਕੇ ਹਨ। ਓਨਟਾਰੀਓ ਦੇ ਵਿੱਚ 5,35,810 ਹੁਣ ਤੱਕ ਦੇ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ।
ਐਕਟਿਵ ਕੋਰੋਨਾ ਦੇ ਮਾਮਲੇ ਪ੍ਰੋਵਿੰਸ ਦੇ ਵਿੱਚ 1610 ਹਨ। ਇਸ ਸਮੇਂ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 142 ਹੈ। ਕਿਊਬੈਕ ਦੇ ਵਿੱਚ 24 ਘੰਟਿਆਂ ਦੌਰਾਨ 52 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ 24 ਘੰਟਿਆਂ ਦੌਰਾਨ ਇੱਕ ਜਾਨ ਇਸ ਵਾਇਰਸ ਦੇ ਕਾਰਨ ਗਈ ਹੈ। ਹੁਣ ਤੱਕ ਸੂਬੇ ਦੇ ਵਿੱਚ 3,75,915 ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 11,231 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਹਨ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 88 ਹੈ, ਜਿਨ੍ਹਾਂ ਵਿੱਚੋਂ 25 ਇੰਟੈਂਸਿਵ ਕੇਅਰ ਅਧੀਨ ਹਨ। ontario ਦੇ ਵਿੱਚ 82% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ 1 ਡੋਜ਼ ਅਤੇ 45% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ 2 ਡੋਜ਼ ਲੱਗ ਚੁੱਕੀ ਹੈ। ਮੈਨੀਟੋਬਾ ਦੇ ਵਿੱਚ 24 ਘੰਟਿਆਂ ਦੌਰਾਨ 31 ਮਾਮਲੇ ਸਾਹਮਣੇ ਆਏ ਅਤੇ ਇੱਕ ਜਾਨ ਇਸ ਵਾਇਰਸ ਦੇ ਕਾਰਨ ਗਈ ਹੈ। ਕੈਨੇਡਾ ਦੇ ਵਿੱਚ ਹੁਣ ਤੱਕ 14.2 ਮਿਲੀਅਨ ਦੇ ਕਰੀਬ ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 26,438 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਹਨ। 13.9 ਮਿਲੀਅਨ ਦੇ ਕਰੀਬ ਕੈਨੇਡਾ ਦੇ ਵਿੱਚ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਸਰਬੀਆ ਰਾਹੀਂ ਕੈਨੇਡਾ ਜਾਣ ਵਾਲੇ ਸਾਵਧਾਨ, ਸਰਬੀਆ ਦੇ ਵਿੱਚ ਫਸੇ ਕਈ ਭਾਰਤੀ ਯਾਤਰੀ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦੀ ਅਪੀਲ, ਅਰਜ਼ੀਆਂ ਭੇਜਣ ਦੇ ਲਈ ਕੀਤੀ ਅਪੀਲ। ਬ੍ਰੈਂਪਟਨ ਦੇ ਵਿੱਚ ਵਾਪਰਿਆ ਹਾਦਸਾ, 1 ਸਾਲ ਦੀ ਬੱਚੀ ਦੀ ਹੋਈ ਮੌਤ। ਸਰੀ ਦੇ ਵਿੱਚ 2 ਵਿਅਕਤੀਆਂ ਦੇ ਉੱਪਰ ਚਾਕੂ ਦੇ ਨਾਲ ਹਮਲਾ, 1 ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ। ਕੈਲੋਵਨਾ ਦੇ ਵਿੱਚ ਕ੍ਰੇਨ ਦੇ ਨਾਲ ਵਾਪਰਿਆ ਹਾਦਸਾ, 3 ਜਾਣਿਆਂ ਨੂੰ ਕਰਵਾਇਆ ਗਿਆ ਹਸਪਤਾਲ ਦੇ ਵਿੱਚ ਭਰਤੀ। ਸਰੀ 'ਚ ਲੋਡਡ ਗਨ ਹੋਈ ਬਰਾਮਦ, ਟ੍ਰੈਫਿਕ ਸਟਾਪ ਦੌਰਾਨ ਕੀਤੀ ਕਾਰਵਾਈ। ਸਰੀ ਦੇ ਵਿੱਚ ਕਿਸਾਨਾਂ ਦੇ ਲਈ ਪ੍ਰਦਰਸ਼ਨ, 17 ਜੁਲਾਈ ਨੂੰ ਹੋਵੇਗਾ ਸਲੀਪ ਆਊਟ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫੇਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।